पंजाबियों ਨੂੰ ਚੱਲੀ सरकार ਦਾ दिवाली गिफ्ट 7 किलोवाट तक घरेलू बिजली 'ਚ ₹3 प्रति यूनिट कटौती तुरंत प्रभाव ਦੇ ਨਾਲ ਨਵੀਆਂ ਦਰਾਂ ਲਾਗੂ। दिवाली मौके ਚੱਲੀ सरकार ਦੀ ਮੁਲਾਜ਼ਮਾਂ ਦੇ ਲਈ ਸੁਗਾਤ ਦੀਏ ਦੇ ਵਿੱਚ 11% ਦਾ ਕੀਤਾ ਵਾਅਦਾ। ਸਰਕਾਰ ਤੇ 440 ਕਰੋੜ ਦਾ ਹਰ ਮਹੀਨੇ ਪਵੇਗਾ ਬੋਝ। ਚੱਲੀ ਸਰਕਾਰ ਦੇ ਸਸਤੀ ਬਿਜਲੀ ਤੇ ਮਾਸਟਰ ਸਟਾਕ ਤੇ ਵਿਰੋਧੀਆਂ ਦਾ ਤੰਜ ਕਿਹਾ 4.5 ਸਾਲ ਦਰਾਂ ਨੂੰ ਵਧਾ ਕੇ ਲੋਕਾਂ ਨੂੰ ਲੁੱਟਿਆ। ਹੁਣ ਚੋਣਾਂ ਤੋਂ 4 ਮਹੀਨੇ ਪਹਿਲਾਂ ਬਿਜਲੀ ਸਸਤੀ ਕਰਕੇ ਕਾਂਗਰਸ ਖੱਟਣਾ ਚਾਹੁੰਦੀ ਹੈ ਵਾਹਵਾਹੀ। 1984 ਸਿੱਖ ਨਸਲਕੁਸ਼ੀ ਦੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਡੀਐਸਜੀਐਮਸੀ ਨੇ ਕੱਢਿਆ ਕੈਂਡਲ ਮਾਰਚ। ਪੀੜਤ ਪਰਿਵਾਰਾਂ ਨੇ ਵੀ ਕੀਤੀ ਸ਼ਿਰਕਤ। ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਤੇ ਜਤਾਇਆ ਰੋਸ। ਚਮਕੌਰ ਸਾਹਿਬ ਦੇ ਵਿੱਚ ਨਾਜਾਇਜ਼ ਕਬਜ਼ਿਆਂ ਦੇ ਖਿਲਾਫ ਨਗਰ ਪੰਚਾਇਤ ਦੀ ਕਾਰਵਾਈ। ਪੁਲਿਸ ਦੀ ਸਹਾਇਤਾ ਦੇ ਨਾਲ ਢਾਈਆਂ ਕਬਜ਼ਾਧਾਰੀ ਇਮਾਰਤਾਂ। ਲੋਕਾਂ ਨੇ ਕਾਰਵਾਈ ਖਿਲਾਫ ਜਤਾਇਆ ਰੋਸ। ਮੰਗਲਵਾਰ ਨੂੰ ਆਉਣਗੇ ਜ਼ਿਮਨੀ ਚੋਣਾਂ ਦੇ ਨਤੀਜੇ। ਹਰਿਆਣਾ ਦੀ ਐਲਾਨਾਬਾਦ ਸੀਟ ਤੇ ਦਾਅ ਤੇ ਲੱਗੀ ਦਿੱਗਜਾਂ ਦੀ ਕਿਸਮਤ। ਹਿਮਾਚਲ ਦੀ ਇੱਕ ਲੋਕ ਸਭਾ ਤੇ 3 ਵਿਧਾਨ ਸਭਾ ਸੀਟਾਂ ਦਾ ਹੋਵੇਗਾ ਫੈਸਲਾ। ਚੰਨੀ ਸਰਕਾਰ ਨੇ ਦੀਵਾਲੀ ਮੌਕੇ ਪੰਜਾਬੀਆਂ ਨੂੰ ਸਸਤੀ ਬਿਜਲੀ ਦਾ ਤੋਹਫਾ ਦਿੱਤਾ। ਸੀਐਮ ਚੰਨੀ ਨੇ ₹3 ਸਸਤੀ ਘਰੇਲੂ ਬਿਜਲੀ ਦਾ ਐਲਾਨ ਕੀਤਾ ਹੈ। ਨਵੇਂ ਰੇਟ ਸੋਮਵਾਰ ਤੋਂ ਹੀ ਲਾਗੂ ਹੋ ਗਏ ਨੇ। ਚੰਨੀ ਸਰਕਾਰ ਨੇ ਮੁਲਾਜ਼ਮਾਂ ਨੂੰ ਵੀ ਦੀਵਾਲੀ ਦੀ ਸੁਗਾਤ ਦਿੱਤੀ ਹੈ। ਡੀਏ ਦੇ ਵਿੱਚ 11% ਦਾ ਵਾਅਦਾ ਕੀਤਾ ਗਿਆ। ਇਸ ਐਲਾਨ ਦੇ ਨਾਲ ਪੰਜਾਬ ਸਰਕਾਰ ਤੇ 440 ਕਰੋੜ ਰੁਪਏ ਪ੍ਰਤੀ ਮਹੀਨੇ ਦਾ ਬੋਝ ਪਵੇਗਾ। ਸੀਐਮ ਚੰਨੀ ਦੇ ਦੀਵਾਲੀ ਤੋਹਫਿਆਂ ਨੂੰ ਲੈ ਕੇ ਨਵਜੋਤ ਸਿੱਧੂ ਨੇ ਤੰਜ ਕੱਸੇ ਕਿਹਾ ਕਿ ਪੰਜਾਬ ਨੂੰ ਤੋਹਫਿਆਂ ਦੀ ਨਵੀਂ ਨਹੀਂ ਰੋਡ ਮੈਪ ਦੀ ਲੋੜ ਹੈ। ਨਾਲ ਹੀ ਕਿਹਾ ਕਿ ਚੋਣਾਂ ਨੇੜੇ ਆ ਕੇ ਲੋਕਾਂ ਨੂੰ ਲੁਭਾਉਣ ਦੇ ਲਈ ਸਭ ਕੁਝ ਫ੍ਰੀ ਕਿਉਂ ਦਿੱਤਾ ਜਾਂਦਾ ਹੈ। ਸਸਤੀ ਬਿਜਲੀ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਚੰਨੀ ਸਰਕਾਰ ਦਾ ਸਟੰਟ ਦੱਸਿਆ ਤੇ ਚੁਣੌਤੀ ਦਿੰਦਿਆਂ ਕਿਹਾ ਕਿ ਜਿੱਥੇ ਕਾਂਗਰਸ ਦੀ ਸਰਕਾਰ ਹੈ ਉਹਨਾਂ ਸਾਰੇ ਸੂਬਿਆਂ ਦੇ ਵਿੱਚ ਕਾਂਗਰਸ ਸਸਤੀ ਬਿਜਲੀ ਦਾ ਐਲਾਨ ਕਰਕੇ ਵਿਖਾਵੇ। ਚੰਨੀ ਦੇ ਸਸਤੀ ਬਿਜਲੀ ਦੇ ਐਲਾਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਸਸਤੀ ਬਿਜਲੀ ਦਾ ਵਾਅਦਾ ਤਾਂ 2017 ਦੇ ਵਿੱਚ ਵੀ ਕੀਤਾ ਸੀ ਪਰ ਉਹ ਸਿਰਫ ਚੋਣ ਸਟੰਟ ਨਿਕਲਿਆ। ਅਕਾਲੀ ਲੀਡਰਾਂ ਨੇ ਕਿਹਾ 35% ਬਿਜਲੀ ਮਹਿੰਗੀ ਕਰਕੇ ਸਿਰਫ ਇੱਕ ਬਿੱਲ ਮਾਫ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬੀਆਂ ਦੇ ਨਾਲ ਧੋਖਾ ਹੈ। ਪੰਜਾਬ ਸਰਕਾਰ ਦੇ ਦੀਵਾਲੀ ਤੋਹਫੇ ਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਵੱਲੋਂ ਰੋਡ ਸ਼ੋਅ ਜ਼ਰੀਏ ਜਾਣੂ ਕਰਵਾਇਆ ਗਿਆ। ਇਸ ਰੋਡ ਸ਼ੋਅ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਵਿੱਚ ਜੋਸ਼ ਨਜ਼ਰ ਆਇਆ। ਬਰਨਾਲਾ ਦੇ ਵਿੱਚ ਸੀਐਮ ਚੰਨੀ ਦੇ ਬਿਜਲੀ ਅਤੇ ਕਰਮਚਾਰੀਆਂ ਦੇ ਐਲਾਨ ਤੋਂ ਬਾਅਦ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕਾਂਗਰਸ ਆਗੂ ਕੇਵਲ ਸਿੰਘ ਢਿੱਲੋਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਦੀਵਾਲੀ ਤੇ ਵੱਡਾ ਤੋਹਫਾ ਦਿੱਤਾ। ਮੁੱਖ ਮੰਤਰੀ ਚੰਨੀ ਦੇ ₹3 ਸਸਤੀ ਬਿਜਲੀ ਦੇਣ ਅਤੇ ਸਰਕਾਰੀ ਮੁਲਾਜ਼ਮਾਂ ਨੂੰ 11% ਡੀਏ ਦੇ ਵਿੱਚ ਵਾਧਾ ਦਾ ਐਲਾਨ ਤੋਂ ਨਾਭਾ ਦੇ ਵਿੱਚ ਸਾਬਕਾ ਮੰਤਰੀ ਧਰਮਸੋਤ ਦੇ ਵੱਲੋਂ ਲੱਡੂ ਵੰਡੇ ਗਏ। ਕਾਂਗਰਸੀ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਨਜ਼ਰ ਆਇਆ। ਪੰਜਾਬ ਦੇ ਵਿੱਚ 16 ਆਈਏਐਸ ਸਣੇ 46 ਅਫਸਰਾਂ ਦੇ ਤਬਾਦਲੇ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ 2 ਜ਼ਿਲ੍ਹਿਆਂ ਨੂੰ ਨਵੇਂ ਡੀਸੀ ਵੀ ਮਿਲੇ ਨੇ। ਪੂਨਮਜੀਤ ਕੌਰ ਨੂੰ ਫਤਿਹਗੜ੍ਹ ਸਾਹਿਬ ਤੇ ਦਵਿੰਦਰ ਸਿੰਘ ਨੂੰ ਫਿਰੋਜ਼ਪੁਰ ਦਾ ਨਵਾਂ ਡੀਸੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵੱਡੇ ਪੱਧਰ ਤੇ ਏਡੀਸੀ ਤੇ ਐਸਡੀਐਮ ਦੇ ਤਬਾਦਲੇ ਵੀ ਕੀਤੇ ਗਏ ਨੇ। ਤਰਨਤਾਰਨ ਪਹੁੰਚੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਬੀਐਸਐਫ ਨੂੰ 50 ਕਿਲੋਮੀਟਰ ਦਾ ਇਲਾਕਾ ਨਹੀਂ ਦੇਣ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹ ਜਲਦ ਸਲਾਖਾਂ ਦੇ ਪਿੱਛੇ ਹੋਣਗੇ। ਤਿਉਹਾਰੀ ਸੀਜ਼ਨ ਦੇ ਵਿੱਚ ਲੋਕਾਂ ਦੇ ਮਹਿੰਗਾਈ ਦਾ ਡਬਲ ਅਟੈਕ ਹੋਇਆ। ਕਮਰਸ਼ੀਅਲ ਐਲਪੀਜੀ ਸਿਲੰਡਰ ₹266 ਮਹਿੰਗਾ ਹੋਇਆ। ਹੁਣ 19 ਕਿਲੋ ਵਾਲਾ ਕਮਰਸ਼ੀਅਲ ਸਿਲੰਡਰ ₹2000 ਦਾ ਮਿਲੇਗਾ। ਇਸ ਦੀ ਪਹਿਲਾਂ ਕੀਮਤ ₹1734 ਸੀ। ਘਰੇਲੂ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਲਗਾਤਾਰ ਜਾਰੀ ਹੈ। ਅੱਜ ਫਿਰ ਪੈਟਰੋਲ ਡੀਜ਼ਲ 35 ਪੈਸੇ ਮਹਿੰਗਾ ਹੋਇਆ। ਪੰਜਾਬ ਦੇ ਵਿੱਚ ਪੈਟਰੋਲ ₹110 ਤੇ ਡੀਜ਼ਲ ₹100 ਤੋਂ ਪਾਰ ਹੋ ਗਿਆ। ਲੁਧਿਆਣਾ ਵਿੱਚ ਅਕਾਲੀ ਦਲ ਦੇ ਵੱਲੋਂ ਵਾਧੀ ਮਹਿੰਗਾਈ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਨੇ ਵਾਧੀ ਮਹਿੰਗਾਈ ਲਈ ਕੇਂਦਰ ਅਤੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਤਿਉਹਾਰਾਂ ਦੇ ਸੀਜ਼ਨ ਦੇ ਚੱਲਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਦੇ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਬਾਹਰੀ ਸੂਬਿਆਂ ਤੋਂ ਆਉਣ ਵਾਲੀ ਹਰ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਤਿਉਹਾਰਾਂ ਮੌਕੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ट्रांसपोर्ट मंत्री राजा वड़िंग ने मुक्तसर साहिब दे विच गुरु गोबिंद सिंह पार्क का उद्घाटन किया। इस मौके उन्होंने कहा कि पंजाब रोडवेज ते पीआरटीसी दी रोजाना आमदन लगातार वध रही है ते ओह 3 महीनों के अंदर ही अजिहा काम करके विखाउणगे कि पंजाब दे लोग उन्हां नूं याद रखणगे। ਅੰਮ੍ਰਿਤਸਰ ਵਿੱਚ ਯੂਥ ਅਕਾਲੀ ਦਲ ਦੇ ਵੱਲੋਂ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। 84 ਦੰਗਿਆਂ ਦੇ ਮੁੱਖ ਦੋਸ਼ੀ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਬੀਤੇ ਦਿਨੀ ਕਾਂਗਰਸ ਪਾਰਟੀ ਨੇ ਆਪਣਾ ਪਰਮਾਨੈਂਟ ਇਨਵਾਈਟੀ ਨਿਯੁਕਤ ਕੀਤਾ। ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਯੂਥ ਅਕਾਲੀ ਦਲ ਨੇ ਜਗਦੀਸ਼ ਟਾਈਟਲਰ ਦਾ ਪੁਤਲਾ ਫੂਕਿਆ। ਅਕਾਲੀ ਦਲ ਨੇ ਕਾਂਗਰਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਬੰਟੀ ਰੋਮਾਣਾ ਨੇ ਕਿਹਾ ਕਿ ਇੱਕ ਵਾਰ ਫਿਰ ਕਾਂਗਰਸ ਨੇ ਜਗਦੀਸ਼ ਟਾਈਟਲਰ ਨੂੰ ਕਮੇਟੀ ਮੈਂਬਰ ਬਣਾ ਕੇ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ। हरियाणा के जींद दे विच किसानां ने महापंचायत की, जिस दौरान बड़ी गिनती च किसान इकट्ठे हुए। उन्होंने सरकार नूं चेतावनी दी कि जिस सरकार ने अंदोलन नूं कोई नुकसान पहुंचाया तो हरियाणा तो लखां किसान दिल्ली पहुंच जाणगे। हरियाणा के जींद तो बीजेपी विधायक कृष्ण मिड्डा ने व्यापारियों के नाल मीटिंग दौरान विवादित बयान दिता। उन्होंने कहा कि दुकानां 'च एक लठ रख लवो, सिर्फ पुलिस ते सरकार के भरोसे ना रहो, आप भी अपनी सुरक्षा करो। पंजाब के खेतीबाड़ी मंत्री काका रणदीप सिंह ने मीह के कारण खराब हुई सब्जियां ते फलों की गिरदावरी करवा के बनदा मुआवजा देने का ऐलान किया। खेतीबाड़ी मंत्री अमलोक पहुंचे सन। इत्थे उन्होंने यह ऐलान किया जिस तो इस तो पहला नुकसानी नरमे की फसल का मुआवजा ऐलानिया गया। रोपड़ दे विच किसानां ने खराब हुई फसल का मुआवजा जल्द तो जल्द देने के लिए डीसी नूं मंग पत्र सौंपिया। किसानां ने कहा कि सरकार ने खराब हुई नरमे की फसल के लिए तो मुआवजा ऐलान दिता, पर गुलाबी सुंडी ते मीह कारण खराब हुई झोने की फसल लिए मुआवजा अजे तक नहीं ऐलानिया गया। पटियाला के भाषा विभाग के विच पंजाब दिवस नूं समर्पित पंजाबी माह की शुरुआत मौके सिक्ख्या मंत्री प्रगट सिंह ने शिरकत की। प्रगट सिंह ने कहा कि पंजाबी भाषा नूं बनदा मान सन्मान देने के लिए पंजाब सरकार वड्डे पद्धर ते काम कर रही है। पंजाब दे विच डेंगू के मामले च वाधा लगातार जारी है। इस दे चलदे सूबे दे विच डेंगू के मामले 16,000 तो पार हो गए ने। पंजाब दे विच हुण तक डेंगू के 16,450 केस सामने आ चुके हैं ते 61 लोगों की मौत हो गई। अंबाला दे विच दिवाली तो पहला फायर विभाग पूरी तरह दे नाल चौकस है ताकि जे आतिशबाजी के कारण किते अग लग जाती है तो जल्दी उस ते काबू पाया जा सके। उन्होंने लोगों को दिवाली ते सावधानी दे नाल पटाके चलाउण दी अपील की है। भाखड़ा डैम का दौरा करन पहुंचे केंद्रीय मंत्री आर.के. सिंह ने भाखड़ा के नवीनीकरण ते अपग्रेड बारे गलबात की। खेती कानूनों ते बोलदे उन्होंने कहा कि सरकार गलबात के लिए हर समय तैयार है। पठानकोट च बैराज औस्ती संघर्ष कमेटी के 2 मैंबर अपन मंगां नूं लैके हाई वोल्टेज बिजली दी तारां ते चढ़ गए। उन्होंने दस्सिया कि लंबे समय तो नौकरी की मांग कर रहे हैं पर उन्हां दी सुनवाई नहीं हो रही। फरीदाबाद के पिंड खेड़ी दे विच आवारा सांड ने एक महिला की जान लैनी। पूरी घटना सीसीटीवी कैद हो गई है, जिस दे विच आवारा सांड ने बुरी तरह महिला ते हमला किया। जींद दे विच डीएपी खाद की कमी नूं लैके किसान एसडीएम दफ्तर के बाहर धरने ते बैठे। किसानों का कहना है कि खाद की कमी कारण फसल की बिजाई दे विच दिक्कत आ रही है। किसानों ने खाद की कमी पूरी ना होने तक धरना जारी रखने का ऐलान किया। टोहाणा दे विच डीएपी खाद की किल्लत अजे भी बरकरार है। खाद स्टोर के बाहर किसानों दी लंबियां कतारां लगियां हुईयां ने। किसानों का कहना है सारा दिन लाइन च लग के खाद नहीं मिल रही। इस दे नाल कणक की फसल बीजण दे विच भी देरी हो जाएगी। तलवंडी साबो च रामा सीड प्रोड्यूसर एसोसीएशन ने ट्रक यूनियन ते गुंडागर्दी करने के इल्जाम लाए ते प्रशासन के खिलाफ धरना दिता। प्रदर्शनकारी ने ट्रक यूनियन ते सरकार की शह ते गुंडा टैक्स वसूलन के दोष भी लगाए, इल्जाम भी लगाए, जबकि ट्रक यूनियन के कर्मचारी ने अपने उत्ते लगे इल्जामां नूं बेबुनियाद करार दिता। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਤੇ ਗੱਲ ਕਰਾਂਗੇ ਦਿੱਲੀ ਬਾਰਡਰ ਦੀ। ਦਿੱਲੀ ਬਾਰਡਰਾਂ ਤੇ ਬੈਠੇ ਕਿਸਾਨਾਂ ਨੂੰ 26 ਨਵੰਬਰ ਨੂੰ ਪੂਰਾ 1 ਸਾਲ ਹੋ ਜਾਵੇਗਾ। ਇਸ ਨੂੰ ਲੈ ਕੇ ਕਿਸਾਨ ਆਗੂ ਰਾਕੇਸ਼ ਟਕੈਤ ਤੇ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਵੇਖਦੇ ਰਿਪੋਰਟ। 26 ਨਵੰਬਰ 2021 ਕਿਸਾਨ ਅੰਦੋਲਨ ਨੂੰ 1 ਸਾਲ ਹੋਵੇਗਾ ਪੂਰਾ। 26 ਤੋਂ ਬਾਅਦ ਟੈਂਟ ਪੱਕੇ ਕਰਨ ਦਾ ਐਲਾਨ।
किसान आगू राकेश टकैत का ऐलान। ਇਹ ਐਲਾਨ ਰਾਕੇਸ਼ ਟਕੈਤ ਦੇ ਵੱਲੋਂ ਕੀਤਾ ਗਿਆ ਕਿ ਜੇਕਰ ਸਰਕਾਰ ਦੇ ਵੱਲੋਂ ਕਿਸਾਨਾਂ ਦਾ ਮਸਲਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਆਪਣੇ ਟੈਂਟਾਂ ਨੂੰ 26 ਨਵੰਬਰ ਤੋਂ ਬਾਅਦ ਹੋਰ ਮਜ਼ਬੂਤ ਕਰਨਗੇ, ਯਾਨੀ ਅੱਗੇ ਦੇ ਲਈ ਹੋਰ ਅੰਦੋਲਨ ਮਜ਼ਬੂਤ ਹੋਵੇਗਾ। ਪਰ ਹਾਂ, 26 ਤੋਂ ਪਹਿਲਾਂ ਜਿਵੇਂ ਹੈ ਉਵੇਂ ਹੀ ਰਹੇਗਾ। 26 तारीख के बाद में हम अपने जो टेंट फट गए टूट गए वे हो गए, अभी तो उनको नहीं कर रहे। हमें उम्मीद है कि सरकार बातचीत कर लेगी, और सरकार नहीं बातचीत करती तो फिर अपना हम आगे की तैयारी, अपना टेंट बांस बल्ली जो खराब हो गए उनको जाएंगे भाई, उनको बदलवाने का हम भी शुरू करेंगे। ਜ਼ਿਕਰ ਹੋ ਗਿਆ ਕਿ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਪੂਰੇ ਦੇਸ਼ ਤੋਂ ਬਾਹਰਲੇ ਮੁਲਕਾਂ ਤੱਕ ਪਹੁੰਚਿਆ। ਮਸਲਾ ਹੈ ਖੇਤੀ ਕਾਨੂੰਨਾਂ ਦਾ, ਪਰ ਸਰਕਾਰ ਦਾ ਕਹਿਣਾ ਹੈ ਕਿ ਕਿਸਾਨ ਸੌਦਾ ਕਰਾ ਲੈਣ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਹੋਣ, ਜਦਕਿ ਟੀਕਰੀ ਬਾਰਡਰ ਤੋਂ ਬੈਰੀਕੇਡ ਹਟਾਏ ਗਏ ਨੇ। ਪਿਛਲੇ ਦਿਨੀ ਕਿਸਾਨਾਂ ਨੇ ਕਿਹਾ ਸੀ ਕਿ ਜੇਕਰ ਜਬਰਨ ਕਿਸਾਨਾਂ ਨੂੰ ਚੁੱਕਿਆ ਗਿਆ ਤਾਂ ਸਰਕਾਰੀ ਦਫ਼ਤਰਾਂ ਨੂੰ ਮੰਡੀ ਬਣਾ ਦੇਵਾਂਗੇ, ਥਾਣਿਆਂ ਨੂੰ ਮੰਡੀ ਬਣਾ ਦੇਵਾਂਗੇ ਤੇ ਹੁਣ ਟੈਂਟਾਂ ਨੂੰ ਪੱਕੇ ਕਰਨ ਦੀ ਚੇਤਾਵਨੀ ਸਰਕਾਰ ਨੇ ਦੇ ਦਿੱਤੀ ਹੈ। ਬਿਊਰੋ ਰਿਪੋਰਟ ਨਿਊਜ਼ 18। ਉਧਰ ਦਿੱਲੀ ਦੇ ਵਿੱਚ ਗੱਲ ਕੀਤੀ ਜਾਏ ਤਾਂ ਡੀਐਸਜੀਐਮਸੀ ਨੇ 1984 ਸਿੱਖ ਕਤਲੇਆਮ ਦੇ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਸਮਰਪਿਤ ਕੈਂਡਲ ਮਾਰਚ ਕੱਢਿਆ। ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸ਼ੁਰੂ ਹੋ ਕੇ ਯਾਦਗਾਰੀ ਦੀਵਾਰ ਤੱਕ ਮਾਰਚ ਕੱਢਿਆ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 84 ਦਾ ਕਤਲੇਆਮ ਭੁੱਲਣਯੋਗ ਨਹੀਂ ਹੈ। ਕਾਂਗਰਸ ਪਾਰਟੀ 84 ਕਤਲੇਆਮ ਦੇ ਮੁਲਜ਼ਮਾਂ ਨੂੰ ਅਹੁਦਿਆਂ ਦੇ ਨਾਲ ਨਵਾਜ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਪ੍ਰਦਰਸ਼ਨ ਜਾਰੀ ਰਹੇਗਾ। ਇਸ ਕੈਂਡਲ ਮਾਰਚ ਦੇ ਵਿੱਚ ਪੀੜਤ ਪਰਿਵਾਰ ਵੀ ਸ਼ਾਮਿਲ ਹੋਏ, ਜਿਨ੍ਹਾਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਦਿਨ ਭੁੱਲਦਾ ਨਹੀਂ ਕਿ ਜਦੋਂ ਸਾਡੇ ਦੇਸ਼ ਨੂੰ ਸਾਡੇ ਤੋਂ ਬੇਗਾਨਾ ਕਰਤਾ ਗਿਆ ਸੀ। ਸਾਨੂੰ ਐਵੇਂ ਲੱਗਦਾ ਸੀ ਕਿ ਅਸੀਂ ਇਸ ਦੇਸ਼ ਵਿੱਚ ਬੇਗਾਨੇ ਆ, ਕਿਉਂਕਿ ਜਦੋਂ ਇਹ ਹੋਇਆ ਉਦੋਂ ਮੈਨੂੰ ਆਪਣਾ ਹਾਲੇ ਤੱਕ ਯਾਦ ਹੈ ਕਿ ਅਸੀਂ ਕਾਲਜ ਪੜ੍ਹਦੇ ਸੀ ਤੇ ਇੰਨਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਸੀ ਕਿ ਚੁਣ ਕੇ ਇੱਕ ਸਿੱਖ ਨੂੰ ਇਹਨਾਂ ਨੇ ਘਰਾਂ ਚੋਂ ਕੱਢ ਕੇ ਔਰ ਗਲੇ ਵਿੱਚ ਟਾਇਰ ਪਾ ਕੇ ਸਾੜਿਆ। ਪਰ ਇਸ ਦੇਸ਼ ਦੀ ਸਰਕਾਰ ਨੇ ਹਾਲੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ। ਕਿੰਨੇ ਹੀ ਇਸ ਤਰ੍ਹਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਘਰੋਂ ਰੋਜ਼ੀ ਰੋਟੀ ਖਤਮ ਹੋ ਗਈ, ਸਾਰਾ ਕੁਝ ਉਹਨਾਂ ਦਾ ਖਤਮ ਹੋ ਗਿਆ, ਬੰਦੇ ਚਲੇ ਗਏ ਔਰ 37 ਸਾਲ ਤੋਂ ਕੋਈ ਇਨਸਾਫ ਨਹੀਂ ਮਿਲਿਆ। ਔਰ ਅਸੀਂ ਹਾਲੇ ਵੀ ਇਨਸਾਫ ਦੀ ਉਡੀਕ 'ਚ ਹਰ ਸਾਲ ਗੁਹਾਰ ਲਗਾਉਂਦੇ ਹਾਂ, ਹਮੇਸ਼ਾ ਲੜਾਈਆਂ ਵੀ ਲੜਦੇ ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ। ਉਧਰ ਜਗਦੀਸ਼ ਟਾਈਟਲਰ ਨੇ ਇਲਜ਼ਾਮਾਂ ਤੋਂ ਪੱਲਾ ਝਾੜਦੇ ਹੋਏ ਕਿਹਾ ਕਿ ਜਦੋਂ ਦੋਸ਼ ਆਇਦ ਹੋਣਗੇ ਉਦੋਂ ਦੇਖਾਂਗੇ। एलिगेशन क्या है? मैं आपसे पूछ रहा हूँ, एलिगेशन क्या है? कोई एलिगेशन हो ना तभी ना, ऐसे बोलने को तो कुछ ही बोल दे। ये कहना चाहिए इस पे इल्ज़ाम क्या है, इसका जवाब दीजिए, तब तो मैं जवाब दूँ। कोई इल्ज़ाम ही नहीं है तो जवाब क्यों दूँ? सर, मनजिंदर सिंह सिरसा का कहना है कि जो सारी क्लोजर रिपोर्ट थी उसको नकार दिया गया था। सुनवाई नवंबर में है। किसने कहा? मनजिंदर सिंह सिरसा किसने? आप जाके आप पूछिए, कोर्ट में जाइए, मुझे तो पता नहीं है, मेरे पे तो केस नहीं है। उन्होंने कहा सारी क्लोजर रिपोर्ट को खारिज कर दिया। लोग किसने कहा? किसने कहा? पढ़ के आए हो आप? मेहरबानी करके पढ़ के आइए, फिर मेरे से सवाल उठाइए। मैं भी वेट कर रहा हूँ, मैं आपको पूरी बेंच क्लियर कर, अभी नहीं, जब वक्त आएगा हम जरूर बताएंगे। अभी बीच में क्या तमाशा है? ये तो तमाशा हो रहा है। यहाँ तो कहीं ये इल्ज़ाम है तो मैं जवाब दूं, जब इल्ज़ाम ही नहीं तो। ਉਧਰ ਕੇਜਰੀਵਾਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ। ਜੈਜੀਤ ਜੋਹਲ ਨੇ ਕੇਜਰੀਵਾਲ ਦੇ ਖਿਲਾਫ ਕੇਸ ਦਾਇਰ ਕੀਤਾ ਹੈ। ਬਠਿੰਡਾ ਕੋਰਟ ਦੇ ਵਿੱਚ ਮਾਨਹਾਨੀ ਦਾ ਕੇਸ ਦਾਇਰ ਕੀਤਾ ਹੈ। ਉਹਨਾਂ ਕਿਹਾ ਕਿ ਮੇਰੇ ਖਿਲਾਫ ਲਾਏ ਦੋਸ਼ ਸਾਬਿਤ ਕਰੇ ਕੇਜਰੀਵਾਲ। ਜੋਹਲ ਦਾ ਕਹਿਣਾ ਹੈ ਕੇਜਰੀਵਾਲ ਨੇ ਜੋ ਟੈਕਸ ਦੀ ਗੱਲ ਕਹੀ ਸੀ, ਬਠਿੰਡਾ ਪਹੁੰਚੇ ਸੀ, ਜਦੋਂ ਵਪਾਰੀਆਂ ਦੇ ਨਾਲ ਗੱਲ ਕੀਤੀ ਸੀ ਤਾਂ ਉਸ ਵੇਲੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ। ਜੈਜੀਤ ਜੋਹਲ ਨਾ ਨਿਕਨੇਮ ਹੈ ਜੋਜੋ, ਉਹਨਾਂ ਦਾ ਨਾਮ ਨਿਕਨੇਮ ਹੈ, ਯਾਨੀ ਕਿ ਛੋਟਾ ਨਾਮ ਹੈ ਜੋਜੋ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਸੀ ਜੋਜੋ ਟੈਕਸ। ਔਰ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਨੇ ਜੈਜੀਤ ਜੋਹਲ। ਪਹਿਲਾਂ ਇੱਥੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਇੱਥੇ ਆਏ ਸੀ। ਉਹਨਾਂ ਨੇ ਆਮ ਆਦਮੀ ਪਾਰਟੀ ਦੀ ਇੱਕ ਪੋਲੀਟੀਕਲ ਇੱਕ ਮੀਟਿੰਗ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਮੇਰੇ ਪਰਿਵਾਰ ਤੇ ਮੇਰੇ ਉੱਤੇ ਉਹਨਾਂ ਨੇ ਇਲਜ਼ਾਮ ਲਗਾਏ ਸੀਗੇ, ਡੈਰੋਗੇਟਰੀ ਤੇ ਡੈਫੇਮੇਟਰੀ ਉਹਨਾਂ ਨੇ ਲੈਂਗੁਏਜ ਯੂਜ਼ ਕੀਤੀ ਮੇਰੇ ਖਿਲਾਫ। ਤੇ ਉਸ ਦਿਨ ਹੀ ਅਸੀਂ ਇਹ ਸਟੇਟਮੈਂਟ ਦਿੱਤੀ ਸੀਗੀ ਤੇ ਮੈਂ ਆਪਣੇ ਲਾਇਰਸ ਨਾਲ ਕੰਸਲਟ ਕਰਕੇ ਇਹ ਕਿਹਾ ਸੀ ਵੀ ਅਸੀਂ ਇੱਕ ਡੈਫੇਮੇਸ਼ਨ ਦਾ ਕੇਸ ਇਹਨਾਂ ਤੇ ਦਾਇਰ ਕਰਾਂਗੇ। ਉਹ ਕੇਸ ਅੱਜ ਦਾਇਰ ਹੋ ਗਿਆ। Statement of Mr. Johal has been recorded
ਕੋਰਟ ਨੇ ਕੋਗਨੀਜੈਂਸ ਲੈ ਕੇ ਪ੍ਰੋਸੀਡਿੰਗ ਸਟਾਰਟ ਕਰਤੀ। ਹੁਣ ਤੁਹਾਨੂੰ ਕੇਜਰੀਵਾਲ ਦਾ ਉਹ ਬਿਆਨ ਸੁਣਵਾਉਂਦੇ ਆ ਜਿਸ ਦੇ ਵਿੱਚ ਉਹਨਾਂ ਨੇ ਜੋ ਟੈਕਸ ਦਾ ਜ਼ਿਕਰ ਕੀਤਾ ਸੀ, ਗੱਲ ਕਰਕੇ ਜੈਜੀਤ ਸਿੰਘ ਜੋਹਲ ਤੇ ਨਿਸ਼ਾਨਾ ਸਾਧਿਆ ਸੀ। एक जो टैक्स करके भी है क्या है? तो दोस्तों, ऐसे माहौल में व्यापारी अपना व्यापार कैसे करेगा? और आज कह के जा रहा हूं यहां पे जो टैक्स बंद करेंगे, और उनको भी कह रहा हूं कि अभी बंद कर दो, ज्यादा उधर अच्छा है। बठिंडा ਦੇ ਇੱਕ ਇੰਸਟੀਚਿਊਟ ਦੇ ਵੱਲੋਂ ਨੌਜਵਾਨਾਂ ਨੂੰ ਕਾਲਜ ਤੋਂ ਬਾਹਰ ਕਰਨ ਤੋਂ ਬਾਅਦ ਸਿਆਸਤ ਪੱਖਤੀ ਨਜ਼ਰ ਆ ਰਹੀ ਹੈ, ਕਿਉਂਕਿ ਮਾਮਲਾ ਸਾਰਾ ਕੀ ਹੈ ਉਸ ਦੇ ਲਈ ਵੇਖਦੇ ਹਾਂ ਇਹ ਰਿਪੋਰਟ। T20 ਵਰਲਡ ਕੱਪ ਦੇ ਪਾਕਿਸਤਾਨ ਤੇ ਭਾਰਤ ਦੇ ਮੁਕਾਬਲੇ ਤੋਂ ਬਾਅਦ ਆਏ ਮਾਮਲੇ ਤੇ ਕਾਰਵਾਈ ਤੇ ਸਿਆਸੀ ਮਾਹੌਲ ਭਖਦਾ ਜਾ ਰਿਹਾ ਹੈ। 2 ਦਿਨ ਪਹਿਲਾਂ ਬਠਿੰਡਾ 'ਚ ਬਿਹਾਰ ਦੇ ਨੌਜਵਾਨਾਂ ਨੂੰ ਬਰਖਾਸਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਬੀਜੇਪੀ ਨੇ ਸਵਾਲ ਚੁੱਕੇ ਨੇ ਤੇ ਪੁੱਛਿਆ ਕਿ ਜੋ ਭਾਰਤ ਦੇ ਹੱਕ ਦੇ ਵਿੱਚ ਆਏ ਤੇ ਪਾਕਿਸਤਾਨ ਦੇ ਹੱਕ 'ਚ ਨਾਅਰੇ ਲਾਉਣ ਵਾਲਿਆਂ ਨੂੰ ਰੋਕਿਆ ਤਾਂ ਉਲਟ ਉਹਨਾਂ ਤੇ ਕਾਰਵਾਈ ਕਿਉਂ ਕੀਤੀ ਗਈ ਹੈ। ਬੀਜੇਪੀ ਨੇ ਕੇਂਦਰੀ ਸਿੱਖਿਆ ਮੰਤਰੀ ਤੇ ਗਵਰਨਰ ਕੋਲ ਜਾਣ ਦੀ ਗੱਲ ਕਹੀ ਹੈ। ਬਠਿੰਡਾ ਦੇ ਇੰਸਟੀਚਿਊਸ਼ਨ ਦੁਆਰਾ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਉਣ ਵਾਲੇ ਸਟੂਡੈਂਟਸ ਦੇ ਵਿਰੋਧ 'ਚ ਖੜੇ ਹੋਏ ਸਟੂਡੈਂਟਸ ਨੂੰ ਇੰਸਟੀਚਿਊਸ਼ਨ ਚੋਂ ਉਹਦੇ ਹੋਸਟਲ ਚੋਂ ਨਿਕਾਲਣਾ ਨਿੰਦनीय भी है और आपराधिक कार्रवाई है। जबकि बीजेपी वालों चुके सवाल ते कांग्रेस का कहना है कि प्रधानमंत्री, गृह मंत्री समेत सारे ही नफरत ते वंड दी राजनीति करते ने। भारतीय जनता पार्टी, हमारे आदरणीय प्रधानमंत्री और गृह मंत्री और उनके सब चेले चांटे सुबह से शाम तक इस देश में बंटवारे और नफरत की राजनीति के बीज बोते रहते। ਸੋ ਉਧਰ ਗੱਲ ਕੀਤੀ ਜਾਵੇ ਤਾਂ ਚਮਕੌਰ ਸਾਹਿਬ ਦੇ ਵਿੱਚ ਨਗਰ ਪੰਚਾਇਤ ਦੇ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਹਟਵਾਏ। ਕਬਜ਼ੇ ਵਾਲੀਆਂ ਇਮਾਰਤਾਂ ਨੂੰ ਵੀ ਢਾਇਆ ਗਿਆ। ਉਧਰ ਨਜਾਇਜ਼ ਕਬਜ਼ਾ ਕਰਨ ਵਾਲਿਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਬਤ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ। ਚਮਕੌਰ ਸਾਹਿਬ ਸੀਐਮ ਚੰਨੀ ਦਾ ਵਿਧਾਨ ਸਭਾ ਹਲਕਾ। ਤੁਸੀਂ ਕੀ ਕੰਮ ਲਈ ਵਰਤਦੇ ਸੀ ਜਗ੍ਹਾ? ਭਾਂਡੇ ਬਣਾਉਂਦੇ ਤੇ ਬਸ ਮੈਂ ਡੰਗਰ ਰੱਖੇ ਤੇ ਜੀ। ਤੇ ਇਹ ਨਜਾਇਜ਼ ਪੰਚਾਇਤ ਦੀ ਜਗ੍ਹਾ ਤੀ ਜੀ? ਹਾਂਜੀ, ਇਹ ਗਰਾਊਂਡ ਦੀ ਜਗ੍ਹਾ ਨਹੀਂ ਹੈਗੀ ਜੀ ਇਹ। ਹਾਂਜੀ, ਇਹ ਨਾਲੇ ਦੀ ਜਗ੍ਹਾ ਜੀ, ਨਾਲਾ ਜਿਹੜਾ ਨਾਲਾ ਤੇ ਚੱਲਦਾ ਜੀ ਪਹਿਲਾਂ। ਕਿ ਤੁਸੀਂ ਪ੍ਰਸ਼ਾਸਨ ਹੁਣ ਤੁਹਾਡਾ ਕਬਜ਼ਾ ਛਡਾ ਰਿਹਾ, ਕੀ ਤੁਸੀਂ ਕੀ ਕਹਿਣਾ ਚਾਹੁੰਦੇ? ਤੁਹਾਡਾ ਨੁਕਸਾਨ ਕਿੰਨਾ ਹੋ ਗਿਆ ਜੀ? ਨੁਕਸਾਨ ਦੇਖੋ ਜੀ, ਪਹਿਲਾਂ ਵੀ ਟਿੰਨਾ ਭੰਨਤੇ ਇਹਨਾਂ ਨੇ ਸਾਡੇ 25-25 ਹਜ਼ਾਰ ਦੀਆਂ, ਇਹਨਾਂ ਨੇ ਹੁਣ ਵੀ ਭੰਨਤੇ ਜੀ ਸਾਡੇ। ਇਹ ਨਗਰ ਪੰਚਾਇਤ ਦੀ ਜਗ੍ਹਾ ਜੀ, ਇੱਥੇ ਸਰਕਾਰ ਦੇ ਹੁਕਮ ਦੇ ਅਨੁਸਾਰ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ, ਸਟੇਡੀਅਮ ਬਣ ਰਿਹਾ ਤੇ ਇਹ ਬਿਲਕੁਲ ਫਰੰਟ ਦੇ ਉੱਪਰ ਆ ਤੇ ਇਹਨਾਂ ਨੂੰ ਨੋਟਿਸ ਵਗੈਰਾ ਦਿੱਤੇ ਹੋਏ ਨੇ। ਅਸੀਂ ਸਾਰੇ 3 ਵਾਰੀ ਨੋਟਿਸ ਦਿੱਤੇ। ਪੂਰੀ ਕਾਨੂੰਨੀ ਪ੍ਰਕਿਰਿਆ ਅਪਣਾਉਣ ਤੋਂ ਬਾਅਦ ਅਸੀਂ ਇਹ ਨਜਾਇਜ਼ ਕਬਜ਼ੇ ਹਟਾ ਰਹੇ ਹਾਂ। ਤੇ ਸਰ, ਜਿਹੜਾ ਗਰਾਊਂਡ 'ਚ ਹੋਰ ਵੀ ਕਈ ਨਜਾਇਜ਼ ਕਬਜ਼ੇ ਹੋਏ ਆ ਉਹ ਵੀ ਛਡਾਏ ਜਾਣਗੇ ਜੀ? ਸਾਰੇ ਤਰਤੀਬਵਾਰ ਸਾਰੇ ਹਟਾ ਰਹੇ ਹਾਂ ਜੀ ਅਸੀਂ, ਸਿਲਸਿਲੇਵਾਰ ਹੋਰ ਵੀ ਸਾਰੇ ਚੁਕਵਾ ਦਾਂਗੇ।